ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਆਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ 'ਚ ਅਨੇਕਤਾ ਨਹੀਂ, ਜਿਸ ਦੇ 'ਚ ਦੂਜੀ ਗੱਲ ਨਹੀਂ, ਜਿਸ ਦੇ 'ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੋਚਦਾ ਹੈ ਔਰ ਇੱਕ ਦੀ ਹੀ ਚਰਚਾ ਕਰਦਾ ਹੈ, ਇੱਕ ਨੂੰ ਸੁਪਨਿਆਂ ਦੇ 'ਚ ਲਿਆਉਂਦਾ ਹੈ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ 'ਚ ਦੇਖਦਾ ਹੈ। ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ 'ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਹੈ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਹੈ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਝ ਇੱਕ ਹੈ ਔਰ ਉਸ ਏਕੇ ਦੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ तमाम ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ 'ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ 'ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ 'ਚ ਲਿਆ। ਉਸ ਪੂਰਨ ਪੁਰਖ ਦਾ ਆਨੰਦ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ ਹੈ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ, ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, जब जब होए धर्म की हानि
बाहड़े असुर अधम अभिमानी, तब तब विवद धर प्रभु शरीरा, हरे कृपा निध सज्जन वीरा। दसम ग्रंथ दे ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ਼੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਹੁੰਦਾ ਹੀ ਰਹਿੰਦਾ ਹੈ, ਮੈਂ ਆਉਂਦਾ ਹੀ ਰਹਿਣਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੂ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁਮ ਹੈ, ਗੁਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾ ਗਿਰਿਆ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਂ ਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ। ਔਰ ਤੁਲਸਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਣਾ ਹੈ, ਇਹਨੇ ਜਗਤ ਦੀ ਝੋਲੀ ਦੇ ਵਿੱਚ ਆਨੰਦ ਪਾਣਾ ਹੈ ਤੇ ਖੁਸ਼ੀਆਂ ਪਾਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ ਇਹ ਤੇ ਨਾਨਕਿਆਂ ਦੀ। ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਇਹ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ
ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆ ਦੇ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਯਾਮਤ ਨਾਮੇ ਦੇ ਬਾਣੀ ਵਡੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਦੇ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕੀ, ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆ ਦੇ ਉੱਤੇ ਖੁਦਾ ਦੇ ਗੁੱਝੇ ਵੇ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ। ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ। ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਡੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਔਰ ਖਿਡੌਣੇ ਨਾਲ ਤੇ ਮਨੁੱਖ ਖੇਡਦਾ ਹੈ। ਤੋ ਜਗਤ ਲਈ ਧਰਮ ਇੱਕ ਖਿਡੌਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਹੈ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਹਾਜ਼ਾ ਆਪ ਜਦ ਗਾਲਬਨ 8 ਵਰ੍ਹਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਦੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਹਨਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ। ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਦੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ तमाम ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸ ਦਾ ਅਰਥ। ਤੋ ਪਾਂਦਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸ ਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਦਾ ਜੀ ਇਹ ਊੜਾ ਬੇਮੈਨੀ ਹੈ। ਹਾਂ, ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ।
इसका कोई अर्थ नहीं। तो गुरु नानक देव जी महाराज एकदम अपने वस्त्र झाड़ के खड़े हो गए और कहने लगे, पांदा जी फिर बेमैनी अखर मैं नहीं पढ़ने, और इस दुनिया दे मैं बेमैनी अखर पढ़न वास्ते नहीं आया। जिस अखर का कोई मकसद नहीं, जिस अखर का कोई अर्थ नहीं, जिस लफ्ज दे कोई मैंने ही नहीं, वो मैं नहीं पढ़ने। आप जैसे चले ने ते पांदे ने डांट के रोकया, नानक जी गल सुनो, एक अखर का कोई मैना नहीं होता, एक अखर दे कोई अर्थ नहीं होंदे। सतगुरु देव जी महाराज कहन लगे, जे अर्थ आउंदे होवन ते ऊड़ा भी किसी दिशा की प्रेरणा देंदी है, ऐड़ा भी किसी मार्ग की सूचना देंदा है, सस्सा भी किसी होंद नाल जोड़दा है, ते कक्का भी किसी दुनिया दे पहुंचांदा है। तो हैरान हो गया पांदा, और वो कहता है ये नामुमकिन है, ऐसा नहीं हो सकता कि एक अखर दे भी कोई मैंने हो, कोई अर्थ हो, लिख के दसो, मैनू दसो। तो मेरे पातशाह ने अपने उस्ताद के सामने पट्टी लिखी है, पांदे दे सामने पट्टी लिखी है, और ये पट्टी गुरु ग्रंथ साहब जी महाराज दे आसा राग के अंदर दर्ज है, और जिसका सिरलेख है आसा मल्ला पहला पट्टी लिखी। गुरु नानक ने तख्ती लिखी, गुरु नानक ने पट्टी लिखी, जिसनों पढ़ के पांदा समाधि ते चला गया। सस्से सोए सृष्ट जिन साजी, सबना कारण एक भया। ऐ पांदे तू सस्से तू ए प्रेरणा क्यों नहीं लेंदा कि उसने ही सारी सृष्टि की साजना की है, वही साजनहार है। सस्से ते तू ए प्रेरणा ले के वो साजनहार है, वो सृष्टि का रचयिता है। गुरु ग्रंथ साहब जी महाराज दे आप दी पट्टी है, गुरु अर्जन देव जी महाराज की 52 अखरी है, ते भगत कबीर जी महाराज की 52 अखरी है। एक एक अखर तो परमात्मा की दिशा की प्रेरणा लैनी। जैसे भगत कबीर भी कहना, ओ अंकार आद मैं जाना, लिखे अर मेठे ताए न माना। ऊड़े तो मैं ये प्रेरणा ले कि वो जो ओ अंकार है वो अनादि है, वो मेटिया नहीं जा सकता, वो बनाया नहीं जा सकता, वो आकार तो रहत है। मैं इस ऊड़े तो वो अंकार की प्रेरणा लईए, मैं इस ऊड़े तो वो अंकार दे नाल जुड़िया, और मैनू इस ऊड़े ने एके दा बोध करा दिता है। दरअसल कबीर दा ते ऐसा कहना है, अखर अंदर त्रिभुवन धारे। अखरां दे ही ते तीन लोकां दा ज्ञान है। ते गुरु नानक देव जी महाराज दा भी फरमान, अखरी नाम अखरी साला अखरी ज्ञान, गीत गुण गा अखरी लिखण, बोलण बाण अखरां सिर संजोग वखाण। जगत दे सारे संजोग विजोग ज्ञान ध्यान, संगीत गाना बजाना, इहदी सारी विद्या अखरां दे विच है। इस वास्ते गुंगा मनुख ना कवि हो सकता है, ना दार्शनिक हो सकता है, ना संगीतकार हो सकता है। जिंदगी दे हर पहलू दे द्वार गुंगे लई बंद हो जाते हैं, क्योंकि उहदे कोल अखर कोई नहीं। आवाज है, अल्फाज नहीं, धुन ते है पर अक्षर नहीं है। ते अक्षरां दे नाल ही ते जगत दा ज्ञान दिता जाता है और लिता जाता है। इस वास्ते गुरु बाबा ते दावे नाल कहंदे ने, अखरी नाम अखरी साला अखरी ज्ञान, गीत गुण गा। अखरां दे गीत होवे, अखरां दे ज्ञान होवे, ते अखरां दे बोध नाल परमात्मा दा बोध मिले। वो अखर बेमैनी नहीं हो सकते। एक एक अखर दे कोई मैन है, एक एक अखर किसी दिशा की प्रेरणा है, और एक एक अखर दे विच अमृत रस भरिया होया है। अगर अखरां दा बोध होवे, उस तख्ती नूं पढ़ के, उस पट्टी नूं पढ़ के, गुरु नानक दी बांह पकड़ के पांदा पिता कल्याण दास जी पास आया और आखण लगा, पटवारी जी मेहता जी थोड़े इस बालक नूं मैं नहीं पढ़ा सकता, और हकीकत ये है, सच्चाई ये है, ये जगत विच पढ़न वास्ते नहीं आया, पढ़ाण वास्ते आया है। ये कुछ समझण लई नहीं आया, ये समझाण लई आया है। जन्मां जन्मांतरां दे बंद द्वार अज इसने मेरे खोल दिते ने। अज मेरे द्वार, मेरे कपाट खुल गए ने। अज मैनू हकीकत दा बोध होया है। मैं बहुत कुछ पढ़ाया है, बहुत कुछ पढ़ाया है, पर अफसोस मैं तो एक अखर भी नहीं पढ़िया। पर अज ये जो मेरे कोल बालक पढ़न आया है, इन्हें मैनू बहुत कुछ पढ़ा दिता। एक अखर विच बहुत कुछ पढ़ा दिता, बहुत सारा बोध करा दिता, बहुत सारा ज्ञान करा दिता। तो साहिब श्री गुरु नानक देव जी महाराज नूं जद इस ढंग नाल पांदा नहीं पढ़ा सकिया, तो मजबूर होके पिता कल्याण दास जी ने मौलवी पास बिठाया। आख्या, मौलवी साहब तुसीं पर्शियन पढ़ाओ, इन्हां नूं फारसी पढ़ाओ। तां गुरु नानक दा उत्थे भी यही प्रश्न सी। मौलवी साहब
ਅਲਫ ਦੇ ਮਾਇਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। तो गुरु नानक देव जी महाराज कहन लगे, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠੇ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ? ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ? ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ? तो ਅਲਫ ਤੇ ਕਿਸੇ ਮਾਰਗ ਦੀ ਪ੍ਰੇਰਣਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ इतने बिस्मादी रंग च कहे, इतनी एकाग्रता विच कहे, इतनी मस्ती दे च कहे कि हंकारी मौलवी दा मस्तक झुक गया। और आपने गुरु नानक दी कदम बोसी की थी, आख्या हाँ ये अलफ ते अल्लाह दा ही सूचक है, ये अल्लाह ही अलफ दे समाया होया है ते ये अलफ ही अल्लाह नूं प्रगट करदा है। जद पिता कालू मायूस होए इस गल तो कि मौलवी ने और पांदे ने भी गुरु नानक नूं पढ़ाया नहीं, तो आपने स्वयं कोशिश की थी कि असी गुरु नानक देव जी महाराज नूं कुछ दसीए। पर जितना पिता कालू जी जगत बारे दसदे ने उतना गुरु नानक देव जी जगत दे करते बारे गल करते हैं। जितना पिता कालू संसार की गल करता है उस तो वध कई गुणा गुरु नानक देव जी महाराज निरंकार की गल करन। जितनी गल पिता कालू वपार दी करे साहिब श्री गुरु नानक देव जी महाराज उतनी ही गल करतार दी करन। वपार ते करतार दा तालमेल ना बैठे, संसार ते निरंकार दा तालमेल ना बैठे, और इस तालमेल ना बैठन करके पिता ते पुत्र दा भी तालमेल ना बैठे और पिता औखा ही रहा। जैसे जगत दे रहबरी पुरुषां तो मां बाप औखे रहे ने, उंज भी सियाणे कहंदे ने कि महापुरुषां तो गालबन तीन लोग फायदा नहीं उठा सकते। प्रथम मां बाप, दूसरे शरीक और तीसरे दुश्मन। ये महापुरुष नूं बहुत नेड़ियों नहीं वेख सकते और ना ही जो है समझ सकते ने। इस वास्ते वो उपरों उपरों वेखदे ने ते दूरी बनी रहिंदी है, संबंध नहीं जुड़दा। तो पिता कालू नूं इस गल दी चिंता हुई कि मेरे घर दे ते ओ पुत्र आ गया है जो सुदाई है, पर कौन पिता कल्याण दास नूं समझे और दसावे कि कल्याण दास जी, पिता कालू जी ये सुदाई नहीं, ये सारे जगत नूं मत देना आया है, ये सारे जगत दे भूतने उतारन आया है, ये समग्र जिंदगी नूं एक ताल देण लई आया है और सारे संसार नूं उस एक निरंकार दे नाल जोड़न लई आया है। साहिब श्री गुरु नानक देव जी महाराज चाहे जिधरन विचरन, किसे पासे बैठन, घर दे च ने बाहर ने, गल एक दी कर देन, वेखदे एक नूं ने, बोलदे एक दे बारे ने। और नानक नाम बड़ा खूब है ना अनेक, जिहदे च अनेकता नहीं, जो एक नाल जुड़े है, एक दी गल करदा है, एक दे च लीन है और एक दे च लीन होके जो आनंद माणदा है और समुचे जगत नूं जो एक नाल जोड़दा है उसे दा ही नां है नानक। ते प्यार नाल सिख जगत ने आख्या है, धन गुरु नानक, गुरु बाबा नानक, धन गुरु नानक। गुरु नानक देव जी महाराज की जिंदगी का बहु पख का जो अध्ययन हुआ है, हर पख आप दा संपूर्ण है, महान है और मुकम्मल है। पूर्ण पुरख उसे नूं ही कहंदे ने जो धार्मिक तौर ते मुकम्मल होवे, समाजिक तौर ते मुकम्मल होवे और नैतिक तौर ते पूर्ण होवे। अक्सर ऐसा देखा गया है कि जगत के कुछ महान मनुख, पूर्ण ते मैं नहीं कहांगा, महान मनुख, क्यों कि वो धार्मिक पहलू ते मुकम्मल सन, लेकिन समाजिक तौर ते बिल्कुल टुटे हुए, आर्थिक दुनिया नूं बिल्कुल छड्ड गए, नैतिक दुनिया नाल दूर दा भी संबंध ना रखिया। जिस दा जिक्र भाई गुरदास जी इस तरह करते ने कि सिद्ध छप बैठे पर्वती, कौन जगत को पार उतारा। सिद्ध पुरुष तो मुराद ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ। ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਦੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਹੈ, ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ, ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾ ਅਧਿਆਤਮਿਕ ਆਨੰਦ ਮਾਣਨਾ ਬਹੁਤ ਔਖਾ ਹੈ। ਤਾਂ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ-ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਨ ਜਵਾਨੀ 'ਚ ਜੋਸ਼ ਪ੍ਰਧਾਨ ਹੁੰਦਾ ਹੈ, ਤਾਂ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀ ਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ, ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, 1 ਗਿਣਿਆ, 2 ਗਿਣਿਆ, 3 ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। ਤੇਰਾ ਤੇਰਾ ਸਭ ਕੁਝ ਤੇਰਾ, ਤੇਰਾ ਤੇਰਾ, ਇਸੇ ਹੀ ਧੁਨ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ, ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ, ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤਾਂ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ। ਹਰ ਪਾਸੇ ਨੈਤਿਕ ਦੁਨੀਆ ਵਿੱਚ, ਧਾਰਮਿਕ ਦੁਨੀਆ ਵਿੱਚ, ਸਮਾਜਿਕ ਦੁਨੀਆ ਵਿੱਚ, ਆਰਥਿਕ ਦੁਨੀਆ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪ ਨੇ ਸੁਲਤਾਨਪੁਰ ਦੇ 'ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ। ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਹੁੰਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? तो इस प्रश्न का इक्को एक उत्तर है कि गुरु नानक दे अंदर एक दुख सी, एक तड़प सी। तर्क खड़ी होवेगी, जिहदे अंदर दुख सी वो जगत नूं की दे सकदा है, जिस दे अंदर तड़प सी उन्हें संसार नूं की देना है। पर इसका एक उत्तर है। मसलन बच्चा बीमार है, रात का वक्त है और ताप करके बुखार करके बच्चा बेचैन है, पर कोल बैठी माँ भी बेचैन है। बच्चा ताप करके दुखी है पर माँ भी दुखी है। बच्चा ताप करके सो नहीं रहा पर नींद माँ नूं भी नहीं आ रही। पुछया जा सकता है इस माँ कोलों भी ताप ते बच्चे नूं चढ़िया, तैनूं ते नहीं, तू आराम नाल सौ जा। पर माँ ने यही आखना है, नहीं
मैं नहीं सो सकती। क्यों? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਹੈ, ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੈ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ, ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆ ਦਾ ਗਮ, ਸਾਰੀ ਦੁਨੀਆ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ, ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ, ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ। ਉਹ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਪਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਈਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਹੈ ਦਿਨ ਨੂੰ, ਰਾਤ ਨੂੰ। ਤਾਂ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕयामत ਦਿਖਾਈ ਦਿੰਦੀ ਹੈ। तो दिन जाल बन गया, रात जाल बन गई, और इस जाल दे सारी मनुखता आप नूं फसी हुई दिखाई देती। फिर मनुखी मन बारे सतगुरां दे ये विचार कि काया अहरण मन विच लोहा, पंच अगन तित लाग रही। ये काया ते अहरण है और मन लोहा है। इस मन लोहे नूं पंज अग्नियां हर वक्त तपा के रखदियां, तपिया ही रहिंदा है ये लोहा। क्रोध दी अगन, लोभ दी अगन, काम दी अगन, मोह दी अगन, अहंकार दी अगन। काया अहरन मन विच लोहा, पंच अगन तित लाग रही। कोयले पाप पड़े तिस ऊपर, मन जलिया सन्नी चिंत पई। जे किधरे अग ठंडी पैंदी है, कोयले मध्यम पैंदे ने, अग बुझण लगदी है, तो सतगुर कहंदे ने पाप दे कोले होर पा दिते जांदे। और इंज ये पंजे अग्नियां पूरन जोबन दे उत्ते भड़क उठदियां ने। ते सन्नी की है जिहदे नाल लोहे नूं परतीदा है, परत परत के रखीदा है। साहिब कहंदे मन जलिया सन्नी चिंत पई। सन्नी ते चिंता है, तो चिंता दे च मन उलट पुलट होंदा रहिंदा है। कबाबे सीख हैं हम, करवटे हर सू बदलते हैं। जो जल जाता है ये पहलू, तो वो पहलू बदलते हैं। तो चिंता मन नूं कदी इस पासे कदी उस पासे इंज पलटदी रहिंदी है, ते मन दियां ही करवटां तन दियां करवटां बन जांदियां ने। जद अंदर चिंता है तो मन करवटा लैंदा है, ते जद मन करवटा लैंदा है तो बंदा आराम नाल किस तरह सो सकेगा? तन भी करवटा लैंदा रहेगा। जिहड़ा बंदा सारी रात करवट लैंदा रहा, कदी इस करवट ते कदी उस करवट, वो ते इंज समझ लो सारी रात वर्जिश करता रहे, एक्सरसाइज करता रहे, वो ते थके होया होवेगा। सवेरे ज्यों उठेगा ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। क्यों करवटां बदलता रहा? दरअसल मन पासे बदलता रहा। तो मन क्यों पासे बदलता रहा? दरअसल मन चिंता के हत्थां 'च सी।
ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ ਹੈ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਹੁੰਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਹੁੰਦਾ ਹੈ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਵਿੱਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਵਿੱਚ ਸਾਰੇ ਜਗਤ ਦਾ ਮਨ ਸੀ, ਆਪ ਦੇ ਮਨ ਵਿੱਚ ਤਰਸ ਦਇਆ। ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਵਿੱਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧਿਏ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗਮਤ, ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਮ ਅੱਜ ਕੱਲ੍ਹ ਨਾਨਕ ਮੱਥਾ ਹੈ, ਪਰ ਨਾਨਕ ਮੱਥੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮੱਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਓ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਬਹਿਸ ਕਰ ਰਹੇ ਨੇ। ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ, ਔਰ ਉਸ ਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ 'ਚ ਨੇ, ਲੇਕਿਨ ਨਾਨਕ ਨੂੰ ਉਹ ਫੁੱਲ ਚਾਹੀਦਾ ਹੈ ਜੋ ਕਿਸੇ ਫਲ ਨੂੰ ਵੀ ਜਨਮ ਦੇਵੇ। ਇਸ ਫੁੱਲ ਦੇ 'ਚੋਂ ਫਲ ਦਾ ਜਨਮ ਨਹੀਂ। ਯੋਗੀਆਂ ਨੇ ਗੁਲਾਬ ਦਾ ਫੁੱਲ ਭੇਟ ਕਰਕੇ ਇਹ ਆਖਿਆ ਸੀ, ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ, ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੌਰ ਬਣਾ ਦੇਵਾਂਗੇ, ਮੁਖੀ ਬਣਾ ਦੇਵਾਂਗੇ। ਦਰਸ਼ਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰੇ ਅੰਦਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲਓ, ਝੋਲੀ ਧਾਰਨ ਕਰ ਲਓ, ਖੜਾਵਾਂ ਪਹਿਨ ਲਓ, ਜੋਗੀਆਂ ਵਾਲੇ ਚਿੰਨ੍ਹ ਧਾਰਨ ਕਰੋ, ਤੇ ਅਸੀਂ ਤੁਹਾਨੂੰ ਨਾਥ ਬਣਾ ਦੇਵਾਂਗੇ, ਜੋਗੀਆਂ ਦਾ ਮੁਖੀ ਬਣਾ ਦੇਵਾਂਗੇ, ਸਿਰਮੌਰ ਬਣਾ ਦੇਵਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ। ਤੇ ਨਾਨਕ ਨੂੰ ਫਲ ਚਾਹੀਦਾ ਹੈ, ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ। ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਵਿੱਚ ਉਹ ਫੁੱਲ ਪਾਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਝ ਵਿਦਵਾਨਾਂ ਨੇ ਇਹ ਆਖਿਆ, ਪੁਰਾਣੇ ਮਤ ਅਨੁਸਾਰ, ਕਿ ਸੰਸਾਰ ਨੂੰ ਬਣਾ ਰਿਹਾ ਹੈ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਹੈ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਹੈ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ,
पालना करन वाला, नाश करन वाला। गुरु नानक देव जी महाराज ने अपनी रसना तो कलाम उच्चारण किया, ओंकार नहीं, एक ओंकार, एक ओंकार। एक ही आकार है, एक ही ओकार है, एक ही मकार है। एक तो उत्पत्ति हो रही है, एक तो पालना हो रही है, और एक तो ही नाश हो रहा है। संसार दा फिर एक है, अनेक नहीं है। समूह ब्रह्मंड की अनेकता का मूल एक है। उसे एक तो उत्पत्ति हो रही है, उसे एक तो पालना हो रही है, और उसे एक तो ही संगार चल रहा है। प्रश्न खड़ा होया, जो पालना कर रहा है उन्होंने नाश करने की की लोड़ है, ते जिहड़ा नाश कर रहा है उन्होंने उत्पत्ति करने की की लोड़ है। तो सतगुरु कहते हैं खेल, कोई मुद्दा नहीं, कोई मकसद नहीं है। जैसे बच्चे दरिया के कंढे ते रेत दे घर बनाते, हस के बनाते, खुशी नाल बनाते, मस्ती विच बनाते, और बनाते होया बड़ा रस लेंदे, बड़ा स्वाद लेंदे, पर शाम को जैसे घर वापस जाते हैं तो हस के ही तोड़ते हैं, उत्साह नाल तोड़ते हैं, उसे खेड़े नाल तोड़ते हैं। बनाण लग्या भी हासा, तोड़न लग्या भी हासा। बनाण लग्या भी खुश सन, हुण तोड़न लग्या भी खुश सन। खिड़खड़ा के बना रहे सन और खिड़खड़ा के तोड़ रहे सन। क्यों कि बनाण दा जब कोई मुद्दा ही नहीं, कोई मकसद ही नहीं, तो ऐसा बनाना एक खेल है। खेल दे कोई मुद्दा नहीं होता, खेल दे कोई मकसद नहीं होता, खेल सिर्फ खेल है। इस वास्ते सतगुरुदेव जी महाराज, गुरु अर्जन देव जी महाराज का फरमान है कि समुच्चा जगत परमात्मा का खेल है। आवन जान एक खेल बनाया, आ गया कारी कीनी माया। इन्हों गुरु गोबिंद सिंह जी महाराज कहने ने तमाशा है, खेल है। मैं हूं परम पुरख को दासा, देखन आयो जगत तमाशा। मैं ते संसार दा तमाशा वेखण नहीं आया, खेल वेखण नहीं आया। खेल दे सिर्फ एक विधि विधान है, नियम है, और तो कुछ नहीं है, मकसद नहीं है। अक्सर देखा गया है कि कारोबार दे विच, धंधे दे विच, या आम संसारी किरत दे विच कोई बंदा बेईमानी करे तो जगत कबूल कर लेंदा है, चलती रहती है। पर कोई खेड दे विच बेईमानी करे, ताश खेड रहा है, कोई कुश्ती खेड रहा है, या फुटबॉल खेड रहा है, गर्ज के जो खेल है उहदे च कोई बेईमानी करे तो कबूल नहीं, परवान नहीं। लड़ाई हो सकती है, झगड़ा हो सकता है। क्यों? खेल दे आधार ही नियम है। जब नियम ही तोड़ देता तो खेल खेल नहीं रह जाता, खेल भी धंधा हो जाता है, खेल भी संसार बन जाता है, खेल भी बाजार बन जाता है। खेल ते उतने चिर तक खेल है जब कोई मुद्दा नहीं ते मकसद नहीं, ते खेल का आधार केवल एक कोई है, नियम। तो परमात्मा की ये सारी जी बनतर है किसी नियम ते खड़ी है, और जो टुट भज है ये भी किसी नियम ते खड़ी है, पर बनाने का उसका कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, मनुख कुछ बनना चाहता है, तो बनन लई उन्होंने कुछ चाहिए। मनुख दे बनाण दे नाल कुछ मुद्दा है, क्योंकि कुछ बनता है तो खुद भी बनता है, खुद भी संवरदा है, ते शिंगारिया जाता है, ते अगां वधदा है। अगर परमात्मा दे भी बनाण दा कुछ मकसद है, मुद्दा है, ते बनाण नाल ही वो कुछ बन सकता है, तो इतनी गल स्पष्ट है, अधूरा है, अजय अधूरा है। कुछ बना के बनेगा, कुछ बनाएगा, कुछ उसका मुद्दा है, मुद्दा उसका होंदा है, मकसद उसका होंदा है जो अधूरा है। तो परमात्मा ते संपूर्ण है, पूर्ण। पूर्ण उसनूं कहंदे ने जिहदी कोई सीमा नहीं, कित्थों शुरू होंदा है कित्थे खत्म होंदा है, कोई सीमा नहीं। तो उसदे बनाण दा कोई मुद्दा नहीं, और विगाड़न दा भी, नाश करन दा भी कोई मुद्दा नहीं। फिर की है? खेल। आवन जान एक खेल बनाया, आ गया कारी कीनी माया। ये तो उसका खेल है। तो गुरु नानक देव जी महाराज कहने लगे उस तो उत्पत्ति हो रही है, उस तो पालना हो रही है, और उसे तो ही नाश हो रहा है, और उसे का ही खेल है, उसे दी लीला है। तो प्रश्न खड़ा होया, क्या ब्रह्मा विष्णु महेश नहीं ने? सतगुरु कहने लगे है गए ने। इस काया अंदर ब्रह्मा विष्णु महेशा, जिस उपत सब संसारा। परमात्मा दे नाम व्यक्तियों को दिते गए, बंदियां को दिते गए। तो साहिब कहते ने ये ब्रह्मा, ये विष्णु, ये महेश, ये मनुख दे अंदर ने। रजोगुण, तमोगुण, सतोगुण। रजोगुण बनाण दियां रुचियां,
ਇਹ तमाम ਜੀਵਾਂ ਦੇ ਅੰਦਰ ਰਜੋ ਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ, ਮਨੁੱਖ ਵੀ ਕੁਝ ਬਣਾਉਂਦਾ ਹੈ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ ਹੈ, ਸੜਕਾਂ ਬਣਾ ਰਿਹਾ ਹੈ, ਪੁਲ ਬਣਾ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ ਹੈ। ਇਹ ਜਿਹੜੀ ਬਣਾਉਣ ਦੀ ਰੁਚੀ ਹੈ ਇਹ ਰਜੋ ਗੁਣ ਹੈ, ਤੇ ਜੋ ਕੁਝ ਬਣਾਇਆ ਹੈ ਇਹ ਟਿਕਿਆ ਰਵੇ ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ ਸਤੋ ਗੁਣ, ਇਹ ਵਿਸ਼ਨੂੰ ਹੈ। ਬਣਾਉਣ ਦੀ ਰੁਚੀ ਬ੍ਰਹਮਾ ਹੈ, ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ। ਐਟਮ ਬੰਮ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਮ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤਾਂ ਮਨੁੱਖ ਨੇ ਹੀ ਕੀਤੇ ਨੇ। ਕਿਉਂ ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ। ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਝ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਝ ਵਿਗਾੜਦਾ ਹੈ। ਜਦ ਸਤੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਉਹ ਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ ਹੈ, ਸਮਗਰ ਜੋ ਹੈ ਜਗਤ ਚੱਲ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਹੈ, ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਆਨੰਦ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ 'ਚ ਹੈ। ਨੇੜਤਾ ਸੁਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, दूरी अंधकार है। और जो मनुख जितना दूर चला जाएगा उतना अंधकार विच भटक जाएगा। इस वास्ते गुरु नानक दी दृष्टि विच परमात्मा एक नूर है, एक चानना है। चांदना चांदन आंगन प्रभ जियो अंतर चांदना। नाम जपत कोट सूर उजारा बिन से भरम अंधेरा। नाम जपदियां जपदियां करोड़ां सूरजां वर्गा चानना हो जाता है, क्योंकि परमात्मा चानन है, परमात्मा प्रकाश है, परमात्मा आनंद है, अकाल पुरख खुशी है। दूरी अंधकार है। और जैसे जैसे मनुख की दूरी होंदी है भटकना शुरू होंदी है, दुख ते संताप शुरू होंदा है। अजोके युग दे अजोके समय दे मनुखता नूं दुखी देख के कहना पैंदा है कि रब तो दूर ने, परमात्मा तो दूर ने। क्योंकि घर घर दे दुख, हर व्यक्ति कोल दुख, ते दुख दी अगन दे सारे दा सारा संसार जल रहा है। गल स्पष्ट हो गई, दूरी है। करमी आपो अपनी के नेड़े के दूर। गुरु नानक दी कोशिश जगत किसी तरीके नाल नेड़े होवे, तो नेड़े दा साधन आपने सच दा जप दसिया। गुरु नानक दी पहली बाणी दा नाम जप है, ते गुरु नानक दी मूल शिक्षा ते दीक्षा जप है। जो जप करदा जाएगा, जो उसका नाम अपनी जबान ते रख के रटन करदा जाएगा, नेड़े हो जाएगा। और जो नेड़े हो जाएगा वो प्रकाश दिश चला जाएगा। क्योंकि सच एक परम शक्ति है, ते जिहड़ा उस शक्ति दे नेड़े चला गया वो महान शक्तिमान हो जाएगा। जद मनुख किसी महान मनुख दे नेड़े हो जाता है, किसी हुक्मरान या राजे दे नेड़े हो जाता है, तो राजे दे नेड़े होने करके उसका भी सन्मान होता है। ते जो राजियां दे महाराजे परिपूर्ण परमात्मा दे नेड़े हो जाए तो कुदरती गल है, फिर सन्मान उसका भी होगा, प्रतिष्ठा उसकी भी होगी, महानता उसकी भी होगी। गुरु नानक की कोशिश रही कि मनुख जप करके उस सच दे नेड़े होवे, ते जप ही शुभ कर्मां विचों शुभ कर्म है। और जप ना करना ही अशुभ कर्म है, ते अशुभ कर्म नाल दूरी है, शुभ कर्म नाल नेड़ता है। करमी आपो अपनी के नेड़े के दूर। गुरु नानक दा मूल संदेश उपदेश कि मनुख उस सच दे नेड़े होवे, उस नूर दे नेड़े होवे। और आप दी दया, आप दी कृपा, आप दी प्रेरणा हर जीव नूं यही रही
ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋ।